ਉਤਪਤ ਅਧਿਆਇ 37। ਯਾਕੂਬ ਆਪਣੇ ਪਿਤਾ ਦੀ ਮੁਸਾਫਰੀ ਦੀ ਧਰਤੀ ਵਿੱਚ ਅਰਥਾਤ ਕਨਾਨ ਦੇ ਦੇਸ਼ ਵਿੱਚ ਵਸਿਆ। ਇਹ ਯਾਕੂਬ ਦੀ ਕੁੱਲ ਪੱਤਰੀ ਹੈ। ਜਦ ਯੂਸੁਫ 17 ਵਰ੍ਹਿਆਂ ਦਾ ਸੀ, ਉਹ ਆਪਣੇ ਭਰਾਵਾਂ ਦੇ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਬਿਲਹਾ ਔਰ ਜ਼ਿਲਫਾ ਆਪਣੇ ਪਿਤਾ ਦੀਆਂ ਤੀਵੀਆਂ ਦੇ ਪੁੱਤਰਾਂ ਨਾਲ ਹੁੰਦਾ ਸੀ ਔਰ ਯੂਸੁਫ ਉਹਨਾਂ ਦੀਆਂ ਬੁਰੀਆਂ ਗੱਲਾਂ ਉਹਨਾਂ ਦੇ ਪਿਤਾ ਕੋਲ ਲੈ ਆਉਂਦਾ ਸੀ। ਇਸਰਾਏਲ ਯੂਸੁਫ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਤੇ ਕਰਦਾ ਸੀ, ਕਿਉਂਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਔਰ ਉਸਨੇ ਉਹਦੇ ਲਈ ਇੱਕ ਲੰਮਾ ਚੋਲਾ ਬਣਾਇਆ। ਉਪਰੰਤ ਜਾਂ ਉਹਦੇ ਭਰਾਵਾਂ ਨੇ ਵੇਖਿਆ ਕਿ ਉਹਨਾਂ ਦਾ ਪਿਤਾ ਉਹਨੂੰ ਉਹਦੇ ਸਾਰੇ ਭਰਾਵਾਂ ਨਾਲੋਂ ਵੱਧ ਤੇ ਕਰਦਾ ਹੈ, ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਔਰ ਉਸ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸਕਦੇ ਸਨ। ਫਿਰ ਯੂਸੁਫ ਨੇ ਇਹ ਸੁਪਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ, ਤਾਂ ਉਹ ਉਹਦੇ ਨਾਲ ਹੋਰ ਵੈਰ ਰੱਖਣ ਲੱਗੇ। ਉਹਨਾਂ ਨੂੰ ਆਖਿਆ ਕਿ ਜਿਹੜਾ ਸੁਪਨਾ ਮੈਂ ਡਿੱਠਾ ਸੁਣੋ। ਵੇਖੋ, ਅਸੀਂ ਖੇਤ ਦੇ ਵਿੱਚ ਪਰੀਆਂ ਬੰਨਦੇ ਸਾਂ ਔਰ ਵੇਖੋ ਮੇਰੀ ਪਰੀ ਉੱਠ ਖੜੀ ਹੋਈ ਔਰ ਵੇਖੋ ਤੁਹਾਡੀਆਂ ਪਰੀਆਂ ਨੇ ਉਹਦੇ ਦੁਆਲੇ ਆ ਕੇ ਮੇਰੀ ਪਰੀ ਨੂੰ ਮੱਥਾ ਟੇਕਿਆ। ਫਿਰ ਉਹਦੇ ਭਰਾਵਾਂ ਨੇ ਉਹਨੂੰ ਆਖਿਆ ਕਿ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ ਅਤੇ ਸਾਡੇ ਉੱਤੇ ਹਕੂਮਤ ਕਰੇਗਾ। ਤਾਂ ਉਹ ਉਹਦੇ ਨਾਲ ਉਹਦੇ ਸੁਪਨੇ ਔਰ ਉਹਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ। ਫਿਰ ਉਸਨੇ ਇੱਕ ਹੋਰ ਸੁਪਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਔਰ ਆਖਿਆ ਕਿ ਵੇਖੋ, ਮੈਂ ਇੱਕ ਹੋਰ ਸੁਪਨਾ ਡਿੱਠਾ ਔਰ ਵੇਖੋ ਸੂਰਜ ਔਰ ਚੰਦ ਔਰ 11 ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ। ਉਸਨੇ ਉਹਨੂੰ ਆਪਣੇ ਪਿਤਾ ਔਰ ਆਪਣੇ ਭਰਾਵਾਂ ਨੂੰ ਦੱਸਿਆ ਔਰ ਉਹਦੇ ਪਿਤਾ ਨੇ ਉਹਨੂੰ ਕੁਰਕਿਆ ਔਰ ਉਹਨੂੰ ਆਖਿਆ, ਇਹ ਕੀ ਸੁਪਨਾ ਹੈ ਜਿਹੜਾ ਤੈਂ ਵੇਖਿਆ ਹੈ? ਕਿ ਸੱਚਮੁੱਚ ਮੈਂ ਔਰ ਤੇਰੀ ਮਾਤਾ ਔਰ ਮੇਰੇ ਭਰਾ ਆ ਕੇ ਤੇਰੇ ਅੱਗੇ ਧਰਤੀ ਤੀਕ ਮੱਥਾ ਟੇਕਾਂਗੇ? ਤਾਂ ਉਹਦੇ ਭਰਾਵਾਂ ਨੂੰ ਕੁੰਸ ਆਈ, ਪਰ ਉਹਦੇ ਪਿਤਾ ਨੇ ਇਸ ਗੱਲ ਨੂੰ ਚੇਤੇ ਰੱਖਿਆ। ਫਿਰ ਉਹਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਖਮ ਨੂੰ ਗਏ ਅਤੇ ਇਸਰਾਏਲ ਨੇ ਯੂਸੁਫ ਨੂੰ ਆਖਿਆ ਕਿ ਤੇਰੇ ਭਰਾ ਸ਼ਖਮ ਵਿੱਚ ਭੇਡਾਂ ਨੂੰ ਨਹੀਂ ਚਾਰਦੇ ਹਨ, ਜਾ ਮੈਂ ਤੈਨੂੰ ਉਹਨਾਂ ਦੇ ਕੋਲ ਘੱਲਦਾ ਹਾਂ। ਤਾਂ ਉਸਨੇ ਆਖਿਆ, ਮੈਂ ਹਾਜ਼ਰ ਹਾਂ। ਉਹਨੂੰ ਆਖਿਆ, ਜਾ ਆਪਣੇ ਭਰਾਵਾਂ ਔਰ ਇੱਜੜਾਂ ਦੀ ਸੁੱਖ ਸ਼ਾਂਤ ਦਾ ਪਤਾ ਲੈ ਅਤੇ ਮੈਨੂੰ ਮੁੜ ਖਬਰ ਦੇ। ਸੋ ਉਸਨੇ ਉਹਨੂੰ ਹਬਰੋਨ ਦੇ ਦੂਣ ਤੋਂ ਘੱਲਿਆ ਔਰ ਉਹ ਸ਼ਖਮ ਨੂੰ ਆਇਆ ਅਤੇ ਕੋਈ ਮਨੁੱਖ ਉਹਨੂੰ ਮਿਲਿਆ ਔਰ ਵੇਖੋ ਉਹ ਰੜ ਵਿੱਚ ਫੁੱਲਾ ਫਿਰਦਾ ਸੀ। ਸੋ ਉਸ ਮਨੁੱਖ ਨੇ ਉਸ ਤੋਂ ਇਹ ਪੁੱਛਿਆ, ਤੂੰ ਕੀ ਪਾਲਦਾ ਹੈ? ਤਾਂ ਉਸ ਆਖਿਆ, ਮੈਂ ਆਪਣੇ ਭਰਾਵਾਂ ਨੂੰ ਪਾਲਦਾ ਹਾਂ, ਮੈਨੂੰ ਦੱਸ ਜੋ ਉਹ ਕਿੱਥੇ ਚਾਰਦੇ ਹਨ। ਫਿਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਤੁਰ ਗਏ, ਕਿਉਂਜੋ ਮੈਂ ਉਹਨਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ। ਸੋ ਯੂਸੁਫ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਔਰ ਉਹਨਾਂ ਨੂੰ ਦੋਥਾਨ ਵਿੱਚ ਜਾ ਲੱਭਾ। ਤਾਂ ਉਹਨਾਂ ਨੇ ਉਹਨੂੰ ਦੂਰੋਂ ਡਿੱਠਾ ਅਤੇ ਉਹਦੇ ਨੇੜੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਮਾਰ ਸੁੱਟਣ ਦਾ ਮਤਾ ਪਕਾਇਆ ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ ਇਹ ਸੁਪਨਿਆਂ ਦਾ ਸਾਹਿਬ ਆਉਂਦਾ ਹੈ, ਹੁਣ ਆਵੋ ਅਸੀਂ ਇਹਨੂੰ ਮਾਰ ਸੁੱਟੀਏ ਔਰ ਕਿਸੇ ਟੋਏ ਵਿੱਚ ਸੁੱਟ ਦੇਈਏ ਔਰ ਆਖੀਏ ਭਈ ਕੋਈ ਬੁਰਾ ਜਾਨਵਰ ਉਹਨੂੰ ਫੱਚ ਗਿਆ ਹੈ, ਤਾਂ ਅਸੀਂ ਵੇਖੀਏ ਕਿ ਉਹਦੇ ਸੁਪਨਿਆਂ ਦਾ ਕੀ ਬਣੇਗਾ। ਪਰ ਰੂਬਨ ਨੇ ਸੁਣ ਕੇ ਉਹਨੂੰ ਉਹਨਾਂ ਦੇ ਹੱਥੋਂ ਬਚਾਇਆ ਔਰ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ। ਔਰ ਰੂਬਨ ਨੇ ਉਹਨਾਂ ਨੂੰ ਆਖਿਆ, ਹੁਣ ਨਾ ਕਰੋ, ਉਹਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ, ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਹਨਾਂ ਦੇ ਹੱਥੋਂ ਬਚਾ ਕੇ ਉਹਦੇ ਪਿਤਾ ਕੋਲ ਪਹੁੰਚਾਵੇ।
ਇਉਂ ਹੋਇਆ ਜਦ ਯੂਸੁਫ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਯੂਸੁਫ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਲੰਮਾ ਚੋਲਾ ਜਿਹੜਾ ਉਸ ਦੇ ਉੱਤੇ ਸੀ ਲਾ ਲਿਆ ਤਾਂ ਉਹਨਾਂ ਨੇ ਉਹਨੂੰ ਲੈ ਕੇ ਟੋਏ ਵਿੱਚ ਸੁੱਟ ਦਿੱਤਾ। ਪਰ ਉਹ ਟੋਆ ਸਕਣਾ ਸੀ, ਉਸ ਵਿੱਚ ਪਾਣੀ ਨਹੀਂ ਸੀ। ਜਦ ਉਹ ਰੋਟੀ ਖਾਣ ਬੈਠੇ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਦਿੱਤਾ ਭਈ ਵੇਖੋ ਇਸਮਾਏਲੀਆਂ ਦਾ ਇੱਕ ਕਾਫਿਲਾ ਗਿਲਿਆਦ ਤੋਂ ਆਉਂਦਾ ਸੀ ਔਰ ਉਹਨਾਂ ਨੇ ਉਹਨਾਂ ਉੱਤੇ ਗਰਮ ਮਸਾਲਾ ਔਰ ਗੁੱਗਲ ਔਰ ਕੰਦਰਸ ਲੱਦੀ ਹੋਈ ਸੀ ਜੋ ਮਿਸਰ ਨੂੰ ਲੈ ਜਾ ਰਿਹਾ ਸੀ। ਉਪਰੰਤ ਯਹੂਦਾ ਨੇ ਆਪਣੇ ਭਰਾਵਾਂ ਨੂੰ ਆਖਿਆ ਕੀ ਲਾਭ ਹੋਊ ਜੇ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਔਰ ਉਹਦੇ ਲਹੂ ਨੂੰ ਲੁਕਾਈਏ। ਆਓ ਅਸੀਂ ਇਸਮਾਏਲੀਆਂ ਕੋਲ ਉਹਨੂੰ ਵੇਚ ਦੇਈਏ ਪਰ ਉਸ ਉੱਤੋਂ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਔਰ ਸਾਡਾ ਮਾਸ ਹੈ। ਅਤੇ ਉਹਦੇ ਭਰਾਵਾਂ ਨੇ ਮੰਨ ਲਿਆ। ਤਾਂ ਉਹ ਮਿਦਿਆਨੀ ਸੌਦਾਗਰ ਉਹਨਾਂ ਦੇ ਕੋਲੋਂ ਦੀ ਲੰਘੇ ਅਤੇ ਉਹਨਾਂ ਨੇ ਯੂਸੁਫ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਹਨਾਂ ਨੇ ਯੂਸੁਫ ਨੂੰ ਚਾਂਦੀ ਦੇ 20 ਰੁਪਈਆਂ ਨੂੰ ਵੇਚ ਦਿੱਤਾ ਅਤੇ ਉਹ ਯੂਸੁਫ ਨੂੰ ਮਿਸਰ ਵਿੱਚ ਲੈ ਗਏ। ਜਾਂ ਰਊਬੈਨ ਟੋਏ ਨੂੰ ਮੁੜ ਕੇ ਆਇਆ ਤਾਂ ਵੇਖੋ ਯੂਸੁਫ ਟੋਏ ਵਿੱਚ ਹੈ ਨਹੀਂ ਸੀ। ਤਾਂ ਉਹਨੇ ਆਪਣੇ ਕੱਪੜੇ ਫਾੜੇ ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਔਰ ਆਖਿਆ ਉਹ ਮੁੰਡਾ ਹੈ ਨਹੀਂ ਅਤੇ ਮੈਂ ਕਿੱਥੇ ਜਾਵਾਂ। ਤਦ ਉਹਨਾਂ ਨੇ ਯੂਸੁਫ ਦਾ ਚੋਲਾ ਲੈ ਕੇ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ। ਫਿਰ ਉਸ ਲੰਮੇ ਚੋਲੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਹਨਾਂ ਨੇ ਆਖਿਆ ਸਾਨੂੰ ਇਹ ਲੱਭਿਆ ਹੈ, ਇਸ ਨੂੰ ਸਿਆਣੋ ਭਈ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਕਿ ਨਹੀਂ। ਤਦ ਉਸਨੇ ਉਹਨੂੰ ਸਿਆਣ ਕੇ ਆਖਿਆ ਇਹ ਮੇਰਾ ਪੁੱਤਰ ਦਾ ਚੋਲਾ ਹੈ, ਕੋਈ ਬੁਰਾ ਜਾਨਵਰ ਉਹਨੂੰ ਪਚ ਗਿਆ, ਯੂਸੁਫ ਜ਼ਰੂਰ ਹੀ ਪਾੜਿਆ ਗਿਆ ਹੈ। ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੇ ਕਮਰ ਉੱਤੇ ਪਾ ਕੇ ਬਹੁਤ ਦਿਨਾਂ ਤੀਕ ਆਪਣੇ ਪੁੱਤਰ ਦਾ ਸੋਗ ਕਰਦਾ ਰਿਹਾ ਅਤੇ ਉਹਦੇ ਸਾਰੇ ਪੁੱਤਰ ਧੀਆਂ ਉਹਦੇ ਸ਼ਾਂਤ ਕਰਨ ਲਈ ਉੱਠੇ ਪਰ ਉਹਨੇ ਸ਼ਾਂਤ ਹੋਣ ਨਾ ਚਾਹਿਆ ਪਰ ਆਖਿਆ ਮੈਂ ਪਤਾਲ ਵਿੱਚ ਆਪਣੇ ਪੁੱਤਰ ਕੋਲ ਰੋਂਦਾ ਰੋਂਦਾ ਉਤਾਰਾਂਗਾ। ਅਤੇ ਉਹਦਾ ਪਿਤਾ ਉਹਦੇ ਲਈ ਰੋਂਦਾ ਰਿਹਾ ਅਤੇ ਉਹਨਾਂ ਮਿਦਿਆਨੀਆਂ ਨੇ ਉਹਨੂੰ ਮਿਸਰ ਵਿੱਚ ਪੋਟੀਫਾਰ ਕੋਲ ਜਿਹੜਾ ਫਿਰੌਨ ਦਾ ਇੱਕ ਕੁਸਰਾ ਅਤੇ ਜਲਾਂਦਾ ਦਾ ਸਰਦਾਰ ਸੀ ਵੇਚ ਦਿੱਤਾ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 25। ਸਾਮੂਏਲ ਮਰ ਗਿਆ ਅਤੇ ਸਾਰੇ ਇਸਰਾਏਲੀਆਂ ਨੇ ਇਕੱਠਿਆਂ ਹੋ ਕੇ ਉਹਦਾ ਸੋਗ ਕੀਤਾ ਅਤੇ ਰਾਮਾ ਵਿੱਚ ਉਹਦੇ ਹੀ ਘਰ ਉਹਨੂੰ ਦੱਬਿਆ। ਅਤੇ ਦਾਊਦ ਉੱਠ ਕੇ ਪਾਰਾਂ ਦੀ ਉਜਾੜ ਵੱਲ ਲਹਿ ਗਿਆ। ਉੱਤੇ ਮਾਊਨ ਵਿੱਚ ਇੱਕ ਮਨੁੱਖ ਸੀ ਜਿਹਦਾ ਕਾਰੋਬਾਰ ਕਰਮਲ ਵਿੱਚ ਸੀ। ਇਹ ਬਹੁਤ ਵੱਡਾ ਮਨੁੱਖ ਸੀ ਅਤੇ 3000 ਭੇਡ ਔਰ 1000 ਬੱਕਰੀ ਉਹਦੇ ਕੋਲ ਸੀ ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਹਦੀ ਤੀਵੀਂ ਦਾ ਨਾਮ ਅਬੀਗੈਲ ਸੀ। ਇਹ ਤੀਵੀਂ ਵੱਡੀ ਸਿਆਣੀ ਅਤੇ ਰੂਪਵੰਤ ਸੀ ਪਰ ਉਹ ਮਨੁੱਖ ਵੱਡਾ ਬੋਲ ਵਿਗਾੜ ਅਤੇ ਕੋਟਾ ਸੀ ਅਤੇ ਉਹ ਕਾਲੇਬ ਦੀ ਸੰਤਾਨ ਵਿੱਚੋਂ ਸੀ। ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। ਸੋ ਦਾਊਦ ਨੇ 10 ਜਵਾਨ ਕੱਲੇ ਅਤੇ ਦਾਊਦ ਨੇ ਉਹਨਾਂ ਜਵਾਨਾਂ ਨੂੰ ਆਖਿਆ ਤੁਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰੇ ਨਾਮ ਲੈ ਕੇ ਉਹਦੀ ਸੁੱਖ ਸ਼ਾਂਤ ਪੁੱਛੋ ਅਤੇ ਉਹ ਭਾਗਵਾਨ ਮਨੁੱਖ ਨੂੰ ਇਉਂ ਆਖੋ ਭਈ ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਹਨਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ। ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ
ਜਾਂ ਤੇਰੇ ਅਜੜੀ ਸਾਡੇ ਨਾਲ ਸਨ, ਅਸਾਂ ਉਹਨਾਂ ਨੂੰ ਕੁਝ ਔਖ ਨਹੀਂ ਦਿੱਤਾ ਅਤੇ ਜਿੰਨਾ ਚਿਰ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਨਹੀਂ ਗੁਆਚਿਆ। ਤੂੰ ਆਪਣੇ ਜਵਾਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ। ਸੋ ਸਾਡੇ ਇਹ ਜਵਾਨ ਤੁਹਾਡੀ ਨਿਗਾਹ ਵਿੱਚ ਦਇਆ ਯੋਗ ਹੋਣ, ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ। ਜੋ ਕੁਝ ਤੇਰੇ ਹੱਥ ਆਵੇ ਆਪਣੇ ਪਹਿਲਵਾਨ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖਸ਼ ਦੇ। ਸੋ ਦਾਊਦ ਦੇ ਜਵਾਨਾਂ ਨੇ ਦਾਊਦ ਦਾ ਨਾਮ ਲੈ ਕੇ ਉਹਨਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆਣ ਆਖਿਆ ਤਾਂ ਚੁੱਪ ਕਰ ਰਹੇ। ਸੋ ਨਾਬਾਲ ਨੇ ਦਾਊਦ ਦੇ ਪਹਿਲਵਾਨ ਨੂੰ ਉੱਤਰ ਦੇ ਕੇ ਆਖਿਆ, ਭਲਾ ਦਾਊਦ ਹੈ ਕੌਣ ਅਤੇ ਯੱਸੇ ਦਾ ਪੁੱਤਰ ਕੌਣ? ਅੱਜ ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਟ ਜਾਂਦੇ ਹਨ। ਭਲਾ ਮੈਂ ਆਪਣੀ ਰੋਟੀ ਅਤੇ ਪਾਣੀ ਔਰ ਮਾਂਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਹਨਾਂ ਲੋਕਾਂ ਨੂੰ ਲਿਆ ਦਿਆਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ, ਜੋ ਕਿੱਥੋਂ ਦੇ ਹਨ। ਦਾਊਦ ਦੇ ਜਵਾਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਹਨਾਂ ਸਭਨਾਂ ਗੱਲਾਂ ਦੇ ਅਨੁਸਾਰ ਉਹਨੂੰ ਸੁਨੇਹਾ ਆ ਦਿੱਤਾ। ਤਾਂ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸਭੋ ਆਪੋ ਆਪਣੀਆਂ ਤਲਵਾਰਾਂ ਬੰਨੋ। ਸੋ ਸਭਨਾਂ ਨੇ ਆਪੋ ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ 400 ਜਵਾਨ ਦਾਊਦ ਦੇ ਨਾਲ ਤੁਰ ਪਏ ਅਤੇ 200 ਨਿੱਕ ਸੁੱਕ ਕੋਲ ਠਹਿਰੇ। ਪਰ ਉਹਨਾਂ ਜਵਾਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਤੀਵੀਂ ਅਬੀਗੈਲ ਨੂੰ ਆਖਿਆ, ਵੇਖੋ ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁੱਖ ਸਾਂਦ ਪੁੱਛਣ ਲਈ ਹਲਕਾਰੇ ਕੱਲੇ, ਪਰ ਉਸਨੇ ਉਹਨਾਂ ਨੂੰ ਝਿੜਕਿਆ। ਪਰ ਉਹਨਾਂ ਲੋਕਾਂ ਸਾਡੇ ਨਾਲ ਵੱਡੀ ਭਲਾਈ ਕੀਤੀ ਅਤੇ ਸਾਨੂੰ ਕੁਝ ਔਖ ਨਹੀਂ ਹੋਇਆ ਅਤੇ ਜਿੰਨਾ ਚਿਰ ਅਸੀਂ ਉਹਨਾਂ ਵਿੱਚ ਰਲੇ ਰਹੇ ਅਤੇ ਰੜੀਆਂ ਵਿੱਚ ਸਾਂ ਉਹਨਾਂ ਚਿਰ ਸਾਡਾ ਕੁਝ ਨਹੀਂ ਗੁਆਚਿਆ। ਸਗੋਂ ਜਿੰਨਾ ਚਿਰ ਅਸੀਂ ਉਹਨਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਓਟ ਵਿੱਚ ਸਾਂ। ਸੋ ਹੁਣ ਸਮਝ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ, ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ। ਉਹ ਤਾਂ ਅਜਿਹਾ ਸਤਾਨ ਦਾ ਪੁੱਤਰ ਹੈ ਜੋ ਉਹਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ। ਤਦ ਅਬੀਗੈਲ ਕਾਹਲੀ ਨਾਲ ਉੱਠੀ ਅਤੇ 200 ਰੋਟੀਆਂ ਅਤੇ 2 ਮਸਕਾਂ ਮੈਂ ਦੀਆਂ 5 ਭੇਡਾਂ ਰਿੰਨੀਆਂ ਹੋਈਆਂ ਅਤੇ 5 ਟੋਪੇ ਭੁੰਨੇ ਹੋਏ ਦਾਣੇ ਅਤੇ 100 ਗੁੱਛਾ ਸੌਗੀ ਦਾ ਅਤੇ 200 ਪਿੰਨੀ ਖਜੀਰਾਂ ਦੀ ਲੈ ਕੇ ਕੋਤਿਆਂ ਉੱਤੇ ਲੱਦ ਲਿਆ ਅਤੇ ਆਪਣੇ ਪਹਿਲਵਾਨ ਨੂੰ ਆਖਿਆ, ਮੇਰੇ ਅੱਗੇ ਤੁਰੋ, ਵੇਖੋ ਮੈਂ ਤੁਹਾਡੇ ਮਗਰ ਆਉਂਦੀ ਹਾਂ। ਪਰ ਉਸਨੇ ਆਪਣੇ ਪਰਤੇ ਨਾਬਾਲ ਨੂੰ ਨਾ ਦੱਸਿਆ। ਅਜਿਹਾ ਹੋਇਆ ਜਿਸ ਵੇਲੇ ਉਹ ਕੋਤੇ ਉੱਤੇ ਛੱਡ ਕੇ ਪਹਾੜ ਦੇ ਰਾਹ ਵੱਲੋਂ ਲਹਿ ਗਈ, ਉਸ ਵੇਲੇ ਦਾਊਦ ਵੀ ਆਪਣੀਆਂ ਲੋਕਾਂ ਸਣੇ ਉਹਦੇ ਸਾਹਮਣੇ ਲਹਿੰਦਾ ਆਇਆ ਅਤੇ ਉਹ ਉਸ ਨੂੰ ਮਿਲ ਪਈ। ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹਦਾ ਉਜਾੜ ਵਿੱਚ ਹੈ ਸੀ, ਸੋ ਮੈਂ ਵਿਅਰਥ ਹੀ ਉਹਦੀ ਅਜਿਹੀ ਰਾਖੀ ਕਰਦਾ ਰਿਹਾ ਜੋ ਉਹਦੇ ਸਾਰੇ ਮਾਲ ਵਿੱਚੋਂ ਰਤਾ ਵੀ ਨਾ ਗੁਆਚਿਆ ਅਤੇ ਉਸਨੇ ਭਲਾਈ ਦੀ ਥਾਂ ਮੇਰੇ ਨਾਲ ਬੁਰੀਆਈ ਕੀਤੀ। ਸੋ ਜੇ ਕਦੀ ਮੈਂ ਸਵੇਰ ਤੀਕਰ ਉਹਦੇ ਸਾਰੇ ਮਨੁੱਖਾਂ ਵਿੱਚੋਂ ਇੱਕ ਨੂੰ ਵੀ ਜੋ ਕੰਧ ਦੇ ਨਾਲ ਮੁੱਤਰੇ ਛੱਡ ਦੇਵਾਂ ਤਾਂ ਪਰਮੇਸ਼ਰ ਦਾਊਦ ਦੇ ਵੇਰੀਆਂ ਨਾਲ ਵੀ ਅਜਿਹਾ ਹੀ ਕਰੇ, ਸਗੋਂ ਉਸ ਨਾਲੋਂ ਵੀ ਵਧਿਕ। ਜਾਂ ਅਬੀਗੈਲ ਨੇ ਦਾਊਦ ਨੂੰ ਡਿੱਠਾ ਤਾਂ ਛੇਤੀ ਕੀਤੀ ਅਤੇ ਕੋਤੇ ਉੱਤੋਂ ਹੇਠਾਂ ਲਹਿਦੇ ਦਾਊਦ ਦੇ ਅੱਗੇ ਮੂੰਹ ਪਰਨੇ ਡਿੱਗ ਪਈ ਅਤੇ ਧਰਤੀ ਤੇ ਮੱਥਾ ਟੇਕਿਆ ਅਤੇ ਉਹਦੇ ਪੈਰਾਂ ਉੱਤੇ ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ
ਅਤੇ ਆਪਣੀ ਟਹਿਲਣ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪ੍ਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ। ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ, ਕਿਉਂ ਜੋ ਜਿਹਾ ਉਹਦਾ ਨਾਮ ਹੈ ਤਿਹਾ ਹੀ ਉਹ ਹੈ। ਉਹਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹਦੇ ਨਾਲ ਹੈ ਅਤੇ ਮੈਂ ਜੋ ਤੁਹਾਡੇ ਟਹਿਲਣ ਹਾਂ ਸੋ ਮੇਰੇ ਮਹਾਰਾਜ ਦੇ ਜਵਾਨਾਂ ਨੂੰ ਜਿਨ੍ਹਾਂ ਨੂੰ ਤੁਸਾਂ ਕੱਲਿਆ ਸੀ ਡਿਠਾ ਨਹੀਂ। ਸੋ ਹੁਣ ਹੈ ਮੇਰੇ ਮਹਾਰਾਜ ਜੀਵਦੇ ਪਰਮੇਸ਼ਰ ਦੀ ਸਹੁੰ ਅਤੇ ਤੇਰੀ ਜਿੰਦ ਦੀ ਸਹੁੰ, ਕਿਉਂ ਜੋ ਯਹੋਵਾ ਨੇ ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ। ਸੋ ਤੁਹਾਡੇ ਵੇਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰਿਆਈ ਲੋਚਦੇ ਹਨ ਨਾਬਾਲ ਵਰਗੇ ਹੋਣ। ਹੁਣ ਇਹ ਪੇਂਟ ਜੋ ਤੁਹਾਡੇ ਟਹਿਲਣ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਹਨਾਂ ਜਵਾਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ। ਦਇਆ ਕਰਕੇ ਆਪਣੀ ਟਹਿਲਣ ਦੇ ਦੋਸ਼ ਕੀਮਾ ਕਰੋ, ਕਿਉਂ ਜੋ ਯਹੋਵਾ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ। ਇਸ ਲਈ ਜੋ ਮੇਰਾ ਮਹਾਰਾਜ ਯਹੋਵਾ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੀ ਸਾਰੀ ਅਵਸਥਾ ਵਿੱਚ ਤੁਹਾਤੋਂ ਕੋਈ ਬੁਰਿਆਈ ਨਹੀਂ ਲੱਭੀ, ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਿੰਦ ਨੂੰ ਲੱਭਣ ਵਾਸਤੇ ਇੱਕ ਜਨਾ ਉੱਠਿਆ ਹੈ। ਪਰ ਮੇਰੇ ਮਹਾਰਾਜ ਦੀ ਜਿੰਦ ਯਹੋਵਾ ਤੁਹਾਡੇ ਪਰਮੇਸ਼ਰ ਦੇ ਕੋਲ ਜੀਵਨ ਦੀ ਗਠੜੀ ਵਿੱਚ ਬਣੀ ਰਹੇਗੀ, ਪਰ ਤੁਹਾਡੇ ਵੇਰੀਆਂ ਦੇ ਪ੍ਰਾਣਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ ਅਤੇ ਅਜਿਹਾ ਹੋਵੇਗਾ ਜਿਸ ਵੇਲੇ ਯਹੋਵਾ ਆਪਣੇ ਆਖਣ ਦੇ ਅਨੁਸਾਰ ਸਾਰੀਆਂ ਭਲਾਈਆਂ ਮੇਰੇ ਮਹਾਰਾਜ ਨਾਲ ਕਰ ਛੱਡੇ ਅਤੇ ਤੁਹਾਨੂੰ ਇਸਰਾਏਲ ਦਾ ਪ੍ਰਧਾਨ ਠਹਿਰਾਏ, ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਪਰ ਜਿਸ ਵੇਲੇ ਯਹੋਵਾ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੇ ਟਹਿਲਣ ਨੂੰ ਚੇਤੇ ਕਰੋ। ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾ ਇਸਰਾਏਲ ਦਾ ਪਰਮੇਸ਼ਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਕੱਲਿਆ ਹੈ, ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈ, ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ, ਕਿਉਂ ਜੋ ਸੱਚੀ ਮੁੱਚੀ ਜਿਉਂਦੇ ਯਹੋਵਾ ਇਸਰਾਏਲ ਦੇ ਪਰਮੇਸ਼ਰ ਦੀ ਸਹੁੰ ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਹਟਾਇਆ, ਜੇ ਕਦੀ ਤੂੰ ਚੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਸਵੇਰੇ ਪ੍ਰਭਾਤ ਤਿਕਰ ਨਾਬਾਲ ਦਾ ਇੱਕ ਵੀ ਨਰ ਨਾ ਛੱਡਦਾ। ਅਤੇ ਦਾਊਦ ਨੇ ਉਹਦੇ ਹੱਥੋਂ ਜੋ ਕੁਝ ਉਹ ਉਸ ਦੇ ਕੋਲ ਲੈ ਆਈ ਸੀ ਲੈ ਲਿਆ ਅਤੇ ਉਹਨੂੰ ਆਖਿਆ, ਆਪਣੇ ਘਰ ਸੁਖ ਸ਼ਾਂਤ ਨਾਲ ਜਾ। ਵੇਖ ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ। ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਹਾ ਕੋਈ ਪਾਦਸ਼ਾਹ ਜੱਗ ਕਰੇ, ਅਤੇ ਨਾਬਾਲ ਦਾ ਜੀ ਉਹਦੇ ਵਿੱਚ ਵੱਡਾ ਆਨੰਦ ਸੀ, ਬਹੁਤ ਜੋ ਪੀਤੀ ਸੀ। ਸੋ ਉਸਨੇ ਪ੍ਰਭਾਤ ਤੱਕ ਉਹਨੂੰ ਥੋੜਾ ਬਹੁਤ ਕੁਝ ਨਾ ਆਖਿਆ। ਅਤੇ ਅਜਿਹਾ ਹੋਇਆ ਜੋ ਪ੍ਰਭਾਤ ਨੂੰ ਜਿਸ ਵੇਲੇ ਨਾਬਾਲ ਦਾ ਨਸ਼ਾ ਉਤਰ ਗਿਆ ਤਾਂ ਉਹਦੀ ਤੀਵੀ ਨੇ ਉਹਨੂੰ ਸਾਰੀ ਗੱਲ ਦੱਸੀ, ਤਾਂ ਉਹਦਾ ਮਨ ਉਹਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ। ਤਾਂ ਅਜਿਹਾ ਹੋਇਆ ਜੋ 10 ਦਿਨਾਂ ਪਿੱਛੋਂ ਯਹੋਵਾ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ। ਦਾਊਦ ਨੇ ਸੁਣਿਆ ਜੋ ਨਾਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾ ਜਿਸ ਨੇ ਨਾਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਵੱਠਾ ਲਿਆ ਅਤੇ ਆਪਣੇ ਟਹਿਲੂਏ ਨੂੰ ਬੁਰਾਈਓਂ ਬਚਾਇਆ, ਕਿਉਂ ਜੋ ਯਹੋਵਾ ਨੇ ਨਾਬਾਲ ਦੀ ਖੋਟ ਨੂੰ ਉਸੇ ਦੇ ਸਿਰ ਉੱਤੇ ਪਾਇਆ। ਤਾਂ ਦਾਊਦ ਨੇ ਟਹਿਲੂਏ ਕੱਲੇ ਅਤੇ ਅਬੀਗੈਲ ਨਾਲ ਉਸਨੂੰ ਆਪਣੀ ਪਤਨੀ ਬਣਾਉਣ ਲਈ ਗੱਲਾਂ ਕੀਤੀਆਂ।
ਅਤੇ ਜਾਂ ਦਾਊਦ ਦੇ ਟਹਿਲੂਏ ਅਬੀਖੇਲ ਕੋਲ ਕਰਮਲ ਵਿੱਚ ਆਏ ਤਾਂ ਉਹਨਾਂ ਨੇ ਉਸ ਨੂੰ ਆਖਿਆ, ਦਾਊਦ ਨੇ ਸਾਨੂੰ ਤੁਹਾਡੇ ਕੋਲ ਘੱਲਿਆ ਹੈ ਜੋ ਅਸੀਂ ਤੁਹਾਨੂੰ ਉਹਦੀ ਪਤਨੀ ਬਣਨ ਲਈ ਲੈ ਜਾਈਏ। ਤਾਂ ਉਹ ਉੱਠੀ ਅਤੇ ਧਰਤੀ ਉੱਤੇ ਮੂੰਹ ਪਰਨੇ ਡਿੱਗ ਪਈ ਅਤੇ ਬੋਲੀ, ਵੇਖੋ ਤੁਹਾਡੀ ਟਹਿਲਣ ਆਪਣੇ ਮਹਾਰਾਜ ਦੇ ਟਹਿਲੂਆਂ ਦੇ ਪੈਰ ਧੋਣ ਵਾਲੀ ਸੇਵਕਣੀ ਠਹਿਰੋ। ਅਤੇ ਅਬੀਖੇਲ ਨੇ ਛੇਤੀ ਕੀਤੀ ਅਤੇ ਉੱਠ ਕੇ ਖੋਤੇ ਉੱਤੇ ਚੜ ਬੈਠੀ ਅਤੇ ਆਪਣੀਆਂ 5 ਸਹੇਲੀਆਂ ਜੋ ਉਹਦੇ ਨਾਲ ਸਨ ਲੈ ਲਈਆਂ ਅਤੇ ਦਾਊਦ ਦੇ ਹਲਕਾਰਿਆਂ ਦੇ ਨਾਲ ਤੁਰ ਪਈ ਅਤੇ ਉਹਦੀ ਪਤਨੀ ਬਣੀ। ਅਤੇ ਦਾਊਦ ਨੇ ਇਜ਼ਰਾਈਲ ਵਿੱਚੋਂ ਅਹੀਨੋਵਾਮ ਨੂੰ ਵੀ ਪਤਨੀ ਬਣਾਇਆ, ਸੋ ਉਹ ਦੋਵੇਂ ਉਹਦੀਆਂ ਪਤਨੀਆਂ ਬਣ ਗਈਆਂ। ਪਰ ਸਾਊਲ ਨੇ ਆਪਣੀ ਧੀ ਮੀਕਲ ਜੋ ਦਾਊਦ ਦੀ ਪਤਨੀ ਸੀ, ਲੇਸ ਦੇ ਪੁੱਤਰ ਕਲੀਮੀ ਫਲਟੀ ਨੂੰ ਦੇ ਦਿੱਤੀ ਸੀ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 26। ਜਿਫੀ ਲੋਕ ਗਿਬਿਆ ਨੂੰ ਸਾਊਲ ਕੋਲ ਆਣ ਕੇ ਬੋਲੇ, ਭਲਾ ਦਾਊਦ ਹਕੀਲਾ ਦੇ ਪਹਾੜ ਵਿੱਚ ਜੋ ਯੈਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ। ਸੋ ਸਾਊਲ ਉੱਠਿਆ ਅਤੇ 3000 ਚੁਣਵੇਂ ਇਸਰਾਏਲੀ ਜਵਾਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ। ਅਤੇ ਸਾਊਲ ਨੇ ਹਕੀਲਾ ਦੇ ਪਹਾੜ ਵਿੱਚ ਜੋ ਯੈਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ, ਪਰ ਦਾਊਦ ਉਜਾੜ ਦੇ ਵਿੱਚ ਠਹਿਰਾਇਆ। ਸੋ ਉਸਨੇ ਡਿਠਾ ਜੋ ਸਾਊਲ ਮੇਰੇ ਮਗਰ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ। ਤਾਂ ਦਾਊਦ ਨੇ ਸੇਲੋਆਂ ਨੂੰ ਘੱਲਿਆ ਅਤੇ ਜਾਤਾ ਜੋ ਸਾਊਲ ਸੱਚਮੁੱਚ ਆਇਆ ਹੈ। ਤਦ ਦਾਊਦ ਉੱਠ ਕੇ ਸਾਊਲ ਦੇ ਡੇਰਿਆਂ ਕੋਲ ਆਇਆ ਅਤੇ ਦਾਊਦ ਨੇ ਉਸ ਸਥਾਨ ਜਿੱਥੇ ਸਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਹਦਾ ਸੈਨਾਪਤੀ ਸੀ ਡਿਠਾ। ਅਤੇ ਸਾਊਲ ਗੰਢਿਆਂ ਦੇ ਤਾਹ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹਦੇ ਆਲੇ ਦੁਆਲੇ ਡੇਰੇ ਲਾਏ ਹੋਏ ਸਨ। ਤਦ ਦਾਊਦ ਨੇ ਹਿੱਤੀ ਅਹੀਮੇਲਕ ਅਤੇ ਸਰੀਆ ਦੇ ਪੁੱਤਰ ਅਬੀਸ਼ਾਈ ਨੂੰ ਜੋ ਯੋਆਬ ਦਾ ਭਰਾ ਸੀ ਉੱਤਰ ਦੇ ਕੇ ਆਖਿਆ, ਸਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ? ਅਬੀਸ਼ਾਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ। ਸੋ ਦਾਊਦ ਅਤੇ ਅਬੀਸ਼ਾਈ ਰਾਤ ਨੂੰ ਉਹਨਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ ਉਸ ਵੇਲੇ ਸਾਊਲ ਗੰਢਿਆਂ ਦੇ ਤਾਹ ਵਿੱਚ ਸੁੱਤਾ ਪਿਆ ਸੀ ਅਤੇ ਉਹਦੀ ਬਰਛੀ ਉਹਦੇ ਸਿਰਾਹਾਂ ਦੀ ਧਰਤੀ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਹਦੇ ਉਦਾਲੇ ਪਏ ਹੋਏ ਸਨ। ਤਦ ਅਬੀਸ਼ਾਈ ਨੇ ਦਾਊਦ ਨੂੰ ਆਖਿਆ, ਪਰਮੇਸ਼ਰ ਨੇ ਅੱਜ ਤੁਹਾਡੇ ਵੇਰੀ ਨੂੰ ਤੁਹਾਡੇ ਹੱਥ ਕਰ ਦਿੱਤਾ, ਸੋ ਹੁਣ ਆਗਿਆ ਕਰੋ ਤਾਂ ਮੈਂ ਉਹਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨਾ ਅਤੇ ਮੈਂ ਉਹਨੂੰ ਦੂਜੀ ਵਾਰ ਨਾ ਮਾਰਾਂਗਾ। ਪਰ ਦਾਊਦ ਨੇ ਅਬੀਸ਼ਾਈ ਨੂੰ ਆਖਿਆ, ਉਹਨੂੰ ਨਾ ਮਾਰ, ਕਿਉਂ ਜੋ ਯਹੋਵਾ ਦੀ ਮਸਾ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ ਠਹਿਰੇ। ਦਾਊਦ ਨੇ ਇਹ ਵੀ ਆਖਿਆ, ਜੀਵਨ ਪਰਮੇਸ਼ਰ ਦੀ ਸਹੁੰ, ਜਾਂ ਤਾਂ ਉਹਨੂੰ ਯਹੋਵਾ ਆਪ ਮਾਰੇਗਾ ਜਾਂ ਉਹਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ। ਪਰ ਯਹੋਵਾ ਨਾ ਕਰੇ ਜੋ ਮੈਂ ਯਹੋਵਾ ਦੇ ਮਸਾ ਹੋਏ ਉੱਤੇ ਹੱਥ ਚਲਾਵਾਂ। ਪਰ ਤੂੰ ਉਹਦੀ ਸਿਰਾਂ ਦਿਓ ਇਹ ਬਰਛੀ ਅਤੇ ਪਾਣੀ ਦੀ ਕੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ। ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਕੜਵੀ ਨੂੰ ਸਾਊਲ ਦੀ ਸਿਰਾਹਾਂ ਦਿਓ ਲੈ ਲਿਆ ਅਤੇ ਉਹ ਤੁਰ ਗਏ। ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਡਿਠਾ ਅਤੇ ਨਾ ਹੀ ਜਾਤਾ ਅਤੇ ਕੋਈ ਨਾ ਜਾਗਿਆ, ਕਿਉਂ ਜੋ ਉਹ ਸਭ ਸੁੱਤੇ ਪਏ ਸਨ। ਇਸ ਕਰਕੇ ਜੋ ਯਹੋਵਾ ਵੱਲੋਂ ਉਹਨਾਂ ਉੱਤੇ ਕੂਕ ਨੀਂਦ ਆਈ ਹੋਈ ਸੀ। ਫਿਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖਲੋਤਾ ਅਤੇ ਉਹਨਾਂ ਦੇ ਵਿਚਕਾਰ ਵੱਡੀ ਵਿੱਥ ਸੀ। ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬਨੇਰ ਵੱਲ ਹਾਕਾਂ ਮਾਰ ਕੇ ਆਖਿਆ, ਹੈ ਅਬਨੇਰ, ਉੱਤਰ ਨਹੀਂ ਦਿੱਤਾ। ਤਦ ਅਬਨੇਰ ਨੇ ਉੱਤਰ ਦੇ ਕੇ ਆਖਿਆ, ਤੂੰ ਕੌਣ ਹੈ ਜੋ ਪਾਦਸ਼ਾਹ ਨੂੰ ਹਾਕਾਂ ਮਾਰਦਾ ਹੈ?
ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, ਭਲਾ ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ? ਫਿਰ ਕੀ ਹੋਇਆ ਜੋ ਤੂੰ ਆਪਣੇ ਸਵਾਮੀ ਪਾਦਸ਼ਾਹ ਦੀ ਰਾਖੀ ਨਹੀਂ ਕੀਤੀ? ਕਿਉਂ ਜੋ ਇਹਨਾਂ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਪਾਦਸ਼ਾਹ ਦੇ ਵੱਢਣ ਨੂੰ ਵੜ ਗਿਆ ਸੀ। ਸੋ ਇਹ ਕੰਮ ਤਾਂ ਤੈਂ ਕੁਝ ਚੰਗਾ ਨਹੀਂ ਕੀਤਾ। ਜੀਵਦੇ ਯਹੋਵਾ ਦੀ ਸਹੁੰ ਤੁਸੀਂ ਵੱਢਣ ਜੋਗੇ ਹੋ, ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾ ਦਾ ਮਸਾ ਹੋਇਆ ਹੈ ਰਾਖੀ ਨਹੀਂ ਕੀਤੀ। ਅਤੇ ਹੁਣ ਵੇਖੋ, ਪਾਦਸ਼ਾਹ ਦੀ ਭਰਜੀ ਅਤੇ ਪਾਣੀ ਦੀ ਕੜਵੀ ਜੋ ਉਹਦੇ ਸਰਾਣੇ ਕੋਲੋਂ ਸੀ ਕਿਤੇ ਹੈ। ਤਦ ਸਾਊਲ ਨੇ ਦਾਊਦ ਦੀ ਆਵਾਜ਼ ਸਿਆਣ ਕੇ ਆਖਿਆ, ਹੈ ਮੇਰੇ ਪੁੱਤਰ ਦਾਊਦ, ਇਹ ਤੇਰੀ ਆਵਾਜ਼ ਹੈ? ਦਾਊਦ ਬੋਲਿਆ, ਜੀ ਮੇਰੇ ਮਹਾਰਾਜ ਅਤੇ ਪਾਦਸ਼ਾਹ, ਇਹ ਮੇਰੀ ਆਵਾਜ਼ ਹੈ। ਤਾਂ ਉਸਨੇ ਆਖਿਆ, ਮੇਰਾ ਮਹਾਰਾਜ ਆਪਣੇ ਟਹਿਲੀਏ ਦੇ ਮਗਰ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਕੋਟ ਹੈ? ਸੋ ਹੁਣ ਹੈ ਮਹਾਰਾਜ ਪਾਦਸ਼ਾਹ, ਆਪਣੇ ਟਹਿਲੀਏ ਦੀਆਂ ਸੁਣੋ। ਜੇ ਕਦੀ ਯਹੋਵਾ ਨੇ ਮੇਰੇ ਵਿਰੋਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਪੇਂਟ ਮੰਨ ਲਵੇ, ਅਤੇ ਜੇ ਕਦੀ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾ ਦੇ ਅੱਗੋਂ ਉਹਨਾਂ ਉੱਤੇ ਸਰਾਪ ਹੋਵੇ, ਕਿਉਂ ਜੋ ਅੱਜ ਨੇ ਯਹੋਵਾ ਦੀ ਦਿੱਤੀ ਹੋਈ ਮਿਲਕ ਵਿੱਚ ਰਹਿਣ ਤੋਂ ਮੈਨੂੰ ਤੱਕ ਦਿੱਤਾ ਅਤੇ ਮੈਨੂੰ ਆਖਦੇ ਹਨ, ਜਾ ਹੋਰਨਾਂ ਦੇਵਤਿਆਂ ਦੀ ਪੂਜਾ ਕਰ। ਸੋ ਹੁਣ ਯਹੋਵਾ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਗੇ, ਕਿਉਂ ਜੋ ਇਸਰਾਏਲ ਦਾ ਪਾਦਸ਼ਾਹ ਇੱਕ ਪਿਸ਼ੂ ਲੱਭਣ ਨੂੰ ਨਿਕਲਿਆ ਹੈ, ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ। ਤਦ ਸਾਊਲ ਨੇ ਆਖਿਆ, ਮੈਂ ਪਾਪ ਕੀਤਾ ਹੈ ਮੇਰੇ ਪੁੱਤਰ ਦਾਊਦ, ਮੁੜ ਆ, ਕਿਉਂ ਜੋ ਮੈਂ ਤੈਨੂੰ ਫਿਰ ਨਾ ਦੁਖਾਵਾਂਗਾ। ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲਭ ਹੋਈ, ਵੇਖ ਮੈਂ ਮੂਰਖ ਬਣਿਆ ਅਤੇ ਢਾਡੀ ਭੁੱਲ ਕੀਤੀ। ਦਾਊਦ ਨੇ ਉੱਤਰ ਦੇ ਕੇ ਆਖਿਆ, ਵੇਖ ਪਾਦਸ਼ਾਹ ਦੀ ਹਰਜੀ ਹੈ, ਸੋ ਜਵਾਨਾਂ ਵਿੱਚੋਂ ਕੋਈ ਆਣ ਕੇ ਉਹਨੂੰ ਲੈ ਜਾਵੇ ਅਤੇ ਯਹੋਵਾ ਸਭਨਾ ਮਨੁੱਖਾਂ ਨੂੰ ਆਪੋ ਆਪਣੀ ਨੀਤ ਅਤੇ ਭਲਮਾਨਸੀ ਦੇ ਅਨੁਸਾਰ ਫਲ ਦੇਵੇ, ਕਿਉਂ ਜੋ ਯਹੋਵਾ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ। ਪਰ ਮੈਂ ਨਹੀਂ ਚਾਹਿਆ ਜੋ ਯਹੋਵਾ ਦੇ ਮਸਾ ਹੋਏ ਉੱਤੇ ਹੱਥ ਚਲਾਵਾਂ। ਵੇਖ ਜਿਵੇਂ ਤੇਰੀ ਜਿੰਦ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲਭ ਦਿਸੀ ਹੈ, ਤੇਹੀ ਹੀ ਮੇਰੀ ਜਿੰਦ ਯਹੋਵਾ ਦੀ ਨਿਗਾਹ ਵਿੱਚ ਦੁਰਲਭ ਹੋਵੇ ਅਤੇ ਉਹ ਮੈਨੂੰ ਸਾਰੀਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ। ਤਦ ਸਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੈ ਮੇਰੇ ਪੁੱਤਰ ਦਾਊਦ, ਤੂੰ ਵੱਡੇ ਵੱਡੇ ਕੰਮ ਕਰੇਗਾ ਅਤੇ ਤੂੰ ਬਾਗਵਾਨ ਹੋਵੇਗਾ। ਸੋ ਦਾਊਦ ਆਪਣੇ ਹੀ ਰਾਹ ਤੁਰ ਗਿਆ ਅਤੇ ਸਾਊਲ ਆਪਣੇ ਥਾਂ ਨੂੰ ਮੁੜ ਪਿਆ। ਜਬਰਾਂ ਦੀ ਪੋਥੀ ਅਧਿਆਇ 8। ਹੇ ਯਹੋਵਾ ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿਹੜਾ ਹੀ ਸ਼ਾਨਦਾਰ ਹੈ, ਜਿਨੇ ਆਪਣੇ ਤੇਜ ਨੂੰ ਆਕਾਸ਼ ਉੱਤੇ ਰੱਖਿਆ ਹੈ ਤੇ ਆਪਣੀਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਪਈ ਵੇਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰ ਦੇਵੇਂ। ਜਦ ਮੈਂ ਤੇਰੀ ਆਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਔਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਚਾਹਿਆ ਕਿ ਜੋ ਤੂੰ ਉਸਦੀ ਸੁਧ ਲਵੇਂ। ਕਿ ਤੈਂ ਉਸ ਨੂੰ ਪਰਮੇਸ਼ਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ ਅਤੇ ਮਹਿਮਾ ਔਰ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ। ਤੈਂ ਆਪਣੀ ਦਸਤਕਾਰੀ ਉੱਤੇ ਉਹਨੂੰ ਹਕੂਮਤ ਦਿੱਤੀ, ਤੈਂ ਸਭੋ ਕੁਝ ਉਹਦੇ ਪੈਰਾਂ ਹੇਠ ਕਰ ਦਿੱਤਾ ਹੈ। ਸਾਰੇ ਇੱਜੜ ਔਰ ਵਗ, ਸਗੋਂ ਰੜਦੇ ਸਾਰੇ ਜਾਨਵਰ, ਆਕਾਸ਼ ਦੇ ਪੰਖੇਰੂ ਔਰ ਸਮੁੰਦਰ ਦੀਆਂ ਮੱਛੀਆਂ ਅਤੇ ਸਭੋ ਕੁਝ ਜੋ ਸਮੁੰਦਰ ਦੀਆਂ ਰਾਹਾਂ ਵਿੱਚ ਫਿਰਦਾ ਹੈ। ਹੇ ਯਹੋਵਾ ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿਹੜਾ ਹੀ ਸ਼ਾਨਦਾਰ ਹੈ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜਿਆ ਸੀ, ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 37। ਇਸ ਵਿੱਚ ਆਪਾਂ ਵੇਖਦੇ ਹਾਂ ਯਾਕੂਬ
ਕਾਨਾਨ ਦੇਸ਼ ਦੇ ਵਿੱਚ ਵਸ ਰਿਹਾ ਹੈ। ਉਹਦੇ 12 ਪੁੱਤਰ, ਉਹਨਾਂ 12 ਪੁੱਤਰਾਂ ਵਿੱਚ ਉਹ ਯੂਸਫ ਨੂੰ ਪਿਆਰ ਕਰਦਾ ਸੀ। ਸੋ ਉਹਦੇ ਕਾਰਨ ਯੂਸਫ ਦੇ ਭਰਾਵਾਂ ਯੂਸਫ ਨਾਲ ਵੈਰ ਰੱਖਦੇ ਸਨ। ਨਾ ਕੱਲਾ ਉਸ ਕਾਰਨ ਯੂਸਫ ਅਧਿਕਤਰ ਸੁਪਨਾ ਵੇਖਦਾ ਸੀ। ਉਹਦੇ ਸੁਪਨਾ ਵਿੱਚ ਉਹਦੇ ਭਰਾਵਾਂ ਉਹਨੂੰ ਮੱਥਾ ਟੇਕਦਾ ਹੋਇਆ ਵੇਖਦਾ ਹੁੰਦਾ ਸੀ। ਸੋ ਇਸ ਗੱਲ ਦੇ ਕਾਰਨ ਵੀ ਉਹਦੇ ਭਰਾਵਾਂ ਉਹਦੇ ਨਾਲ ਵੈਰ ਰੱਖਣ ਲੱਗੇ। ਇੱਕ ਦਿਨ ਉਹਦੇ ਭਰਾਵਾਂ ਸਾਰੇ ਮਿਲ ਕੇ ਯੂਸਫ ਨੂੰ ਮਿਸਰ ਜਾਣ ਲਈ ਵੇਚ ਦਿੰਦੇ, ਪਰ ਉਹ ਸਾਰੇ ਉਹਦੇ ਪਿਤਾ ਕੋਲ ਆਖਦੇ ਕਿ ਯੂਸਫ ਨੂੰ ਇੱਕ ਜੰਗਲੀ ਜਾਨਵਰ ਪਚ ਗਿਆ ਹੈ। ਸੋ ਯਾਕੂਬ ਯੂਸਫ ਦੇ ਕਾਰਨ ਦੁਖੀ ਹੁੰਦਾ। ਇਸ ਅਧਿਆਇ ਦੇ ਵਿੱਚ ਵੇਖਦੇ ਹਾਂ ਜਿਸ ਪ੍ਰਕਾਰ ਯਾਕੂਬ ਆਪਣੇ ਪਿਤਾ ਇਸਹਾਕ ਨੂੰ ਧੋਖਾ ਖਵਾਇਆ, ਉਸੇ ਪ੍ਰਕਾਰ ਯੂਸਫ ਦੇ ਹੁੰਦੇ ਹੋਏ ਉਹਦੇ ਭਰਾਵਾਂ ਯਾਕੂਬ ਨੂੰ ਆਖਦੇ ਤੇਰੇ ਪੁੱਤਰ ਯੂਸਫ ਨੂੰ ਜੰਗਲੀ ਜਾਨਵਰ ਪਚ ਗਿਆ। ਇਸ ਪ੍ਰਕਾਰ ਯਾਕੂਬ ਵੀ ਉਹਦੇ ਪੁੱਤਰਾਂ ਦੇ ਦੁਆਰਾ ਧੋਖਾ ਖਾਂਦਾ। ਯਾਨੀ ਕਿ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ ਜੋ ਉਹਨੇ ਉਹਦੇ ਪਿਓ ਨਾਲ ਕੀਤਾ ਉਹੀ ਗੱਲ ਇਹਦੇ ਨਾਲ ਵੀ ਹੁੰਦਾ। ਬਦਲਾ ਯਹੋਵਾ ਪਰਮੇਸ਼ਰ ਯਾਕੂਬ ਨਾਲ ਲੈਂਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਸੇ ਪ੍ਰਕਾਰ ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 25 ਇਸ ਵਿੱਚ ਆਪਾਂ ਵੇਖਦੇ ਹਾਂ ਗਰਮੇਲ ਨਾਬਾਲ ਦਾਊਦ ਦੇ ਕੀਤੇ ਹੋਏ ਉਹਨਾਂ ਭਲਾਈਆਂ ਦੇ ਬਦਲੇ ਉਹ ਬੁਰੀਾਈ ਕਰਦਾ, ਤਾਂ ਦਾਊਦ ਉਹਦਾ ਬਦਲਾ ਲੈਣ ਵਾਸਤੇ ਆਉਂਦਾ, ਪਰ ਨਾਬਾਲ ਦੀ ਪਤਨੀ ਅਬੀਗੈਲ ਪ੍ਰਭੂ ਦੀ ਅਗਵਾਈ ਨਾਲ ਉਸ ਨੂੰ ਬਦਲਾ ਲੈਣ ਤੋਂ ਰੋਕ ਦਿੰਦੀ ਹੈ, ਕਿਉਂਕਿ ਪਰਮੇਸ਼ਰ ਚਾਹੁੰਦਾ ਜਿਹੜਾ ਦਾਊਦ ਦੀ ਭਲਾਈ ਦੇ ਬਦਲੇ ਬੁਰੀਾਈ ਕੀਤਾ ਉਹਦਾ ਬਦਲਾ ਆਪ ਲਵੇ। ਸੋ ਕੁਝ ਦਿਨਾਂ ਤੋਂ ਬਾਅਦ ਪਰਮੇਸ਼ਰ ਉਸ ਨਾਬਾਲ ਨੂੰ ਮਾਰ ਦਿੰਦਾ ਅਤੇ ਉਹ ਮਰ ਜਾਂਦਾ। ਉਰੇ ਯਹੋਵਾ ਪਰਮੇਸ਼ਰ ਦਾਊਦ ਲਈ ਨਾਬਾਲ ਕੋਲ ਬਦਲਾ ਲੈਂਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਸੇ ਪ੍ਰਕਾਰ ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 26 ਦੇ ਵਿੱਚ ਆਪਾਂ ਵੇਖਦੇ ਹਾਂ ਜੀਵ ਦੇ ਲੋਕ ਸਾਊਲ ਕੋਲ ਆ ਕੇ ਦਾਊਦ ਕਿੱਥੇ ਲੁਕਿਆ ਹੋਇਆ ਹੈ ਉਹਨਾਂ ਗੱਲਾਂ ਨੂੰ ਸਾਊਲ ਨੂੰ ਸੁਣਾ ਦਿੰਦੇ। ਸੋ ਸਾਊਲ ਸੋਚਦਾ ਦਾਊਦ ਨੂੰ ਪਰਮੇਸ਼ਰ ਉਹਦੇ ਹੱਥ ਵਿੱਚ ਦੇ ਦਿੱਤਾ। ਸੋ ਉਹ ਇਸ ਪ੍ਰਕਾਰ ਸੋਚ ਕੇ ਸਾਊਲ ਨੂੰ ਦਾਊਦ ਨੂੰ ਮਾਰਨ ਲਈ ਸਾਊਲ ਜਾਂਦਾ, ਸਗੋਂ ਪਰਮੇਸ਼ਰ ਸਾਊਲ ਨੂੰ ਦਾਊਦ ਦੇ ਹੱਥ ਵਿੱਚ ਇਸ ਅਧਿਆਇ ਦੇ ਵਿੱਚ ਦੇ ਦਿੰਦਾ। ਫਿਰ ਵੀ ਦਾਊਦ ਸਾਊਲ ਨੂੰ ਨਹੀਂ ਮਾਰਦਾ ਅਤੇ ਉਹ ਕਹਿੰਦਾ ਹਰੇਕ ਦੀ ਨੀਤ ਦੇ ਅਨੁਸਾਰ ਪਰਮੇਸ਼ਰ ਉਹਨਾਂ ਨਾਲ ਭਲਾਈ ਜਾਂ ਬੁਰੀਾਈ ਕਰਦਾ ਹੈ। ਸੋ ਮੈਂ ਤੈਨੂੰ ਕਦੇ ਨਹੀਂ ਮਾਰਨਾ, ਕਿਉਂਕਿ ਤੂੰ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਦਾਸ ਜੋ ਹੈ। ਇਸ ਪ੍ਰਕਾਰ ਕਹਿ ਕੇ ਦਾਊਦ ਸਾਊਲ ਨੂੰ ਨਾ ਮਾਰ ਕੇ ਚਲੇ ਜਾਂਦਾ। ਇਸ ਅਧਿਆਇ ਦੇ ਵਿੱਚ ਵੇਖਦੇ ਹਾਂ ਯਹੋਵਾ ਪਰਮੇਸ਼ਰ ਸਾਊਲ ਨੂੰ ਬਾਰ-ਬਾਰ ਦਾਊਦ ਦੇ ਹੱਥਾਂ ਵਿੱਚ ਦਿੰਦਾ, ਫਿਰ ਵੀ ਦਾਊਦ ਉਹਨੂੰ ਨਾ ਮਾਰਨਾ ਚਾਹੁੰਦਾ। ਸੋ ਪਰਮੇਸ਼ਰ ਦੀ ਇੱਛਾ ਦੇ ਖਿਲਾਫ ਮੈਂ ਕਦੇ ਨਹੀਂ ਜਾਣਾ ਸੋਚ ਕੇ ਮਨ ਦੇ ਵਿੱਚ ਜੋ ਫੈਸਲਾ ਕੀਤਾ ਹੋਇਆ ਉਹਦੇ ਅਨੁਸਾਰ ਦਾਊਦ ਚੱਲਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਇਸੇ ਪ੍ਰਕਾਰ ਜ਼ਬੂਰ 8 ਦੇ ਵਿੱਚ ਯਹੋਵਾ ਦਾ ਪ੍ਰਤਾਪ ਨੂੰ ਅਤੇ ਮਨੁੱਖ ਦਾ ਆਦਰ ਪ੍ਰਤੀ ਲਿਖਦਾ ਹੋਇਆ ਆਪਾਂ ਕੁਝ ਵਚਨਾਂ ਨੂੰ ਵੇਖ ਸਕਦੇ ਹਾਂ। ਉਰੇ ਦਾਊਦ ਆਖਦਾ ਪਰਮੇਸ਼ਰ ਤੇਰਾ ਨਾਮ ਕਿੰਨਾ ਵੱਡੀ ਸ਼ਾਨਦਾਰ ਹੈ, ਆਕਾਸ਼ ਤੇਰੇ ਦਸਤਕਾਰੀ ਨੂੰ ਦੱਸਦੀ ਹੈ, ਚੰਦ ਅਤੇ ਤਾਰੇ ਤੇਰੇ ਕਾਇਮ ਕੀਤੇ ਹੋਏ ਅਸੀਂ ਆਕਾਸ਼ ਦੇ ਵਿੱਚ ਵੇਖਦੇ ਹਾਂ।
ਇਸ ਪ੍ਰਕਾਰ ਦਾਊਦ ਆਖਦਾ ਹੈ, ਇਨਸਾਨ ਕੀ ਹੈ ਤੂੰ ਉਹਨੂੰ ਚੇਤੇ ਰੱਖੇ ਅਤੇ ਆਗਨੀ ਚਾਹਿਆ ਕਿ ਜੋ ਤੂੰ ਸੁਧ ਕਰੇ। ਇਸ ਜ਼ਬੂਰ ਦੇ ਰਾਹੀਂ ਦਾਊਦ ਕਹਿੰਦਾ ਹੈ ਬਦਲਾ ਪ੍ਰਭੂ ਹੀ ਲੈਂਦਾ ਹੈ। ਇਹਨਾਂ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਵੇਖਦੇ ਹਾਂ ਪ੍ਰਭੂ ਪਰਮੇਸ਼ਰ ਬਦਲਾ ਲੈਂਦਾ ਹੈ। ਉਹ ਆਪਣੇ ਲੋਕਾਂ ਦੇ ਖਿਲਾਫ ਜੋ ਕੋਈ ਵੀ ਕੁਝ ਵੀ ਕਰੇ, ਚਾਹੇ ਚੁਣੇ ਹੋਏ ਵੀ ਗਲਤੀ ਕਰੇ, ਉਹ ਉਹਨਾਂ ਦਾ ਬਦਲਾ ਲੈਣੇ ਬਿਨਾ ਨਹੀਂ ਹਟਦਾ ਅਤੇ ਉਹ ਜ਼ਰੂਰ ਲੈਂਦਾ ਤਾਂ ਕਿ ਉਹ ਉਹਦੇ ਰਾਹੀਂ ਸੁੱਧ ਹੋ ਜਾਵੇ, ਤਾਂ ਕਿ ਉਹ ਸਦਾ ਦੀ ਉਸ ਜੀਵਨ ਦੇ ਵਿੱਚ ਕੋਈ ਵੀ ਰਤਾਕ ਵੀ ਪਾਪ ਬਿਨਾ ਵੜ ਸਕੇ। ਇਹਨਾਂ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।